सो प्यारी साध संगत, अज जो जपजी साहिब दी विचार आपां ने कल चौथी पौड़ी दी विचार की सी। अज पंजवीं पौड़ी दी विचार करनी है। उच्चारण करो एक बारी सतनाम श्री वाहिगुरू। बड़े प्यार दे नाल अपनी रसना दे राहीं उच्चारण करिया करो। पंजवीं पौड़ी आरंभ होंदी है। थापिया ना जाए, कीता ना होए, आपे आप निरंजन सोए। जिन सेविया तिन पाया मान, नानक गाविए गुणी निधान। गाविए सुनिए मन रखिए भाओ, दुख पर हर सुख घर लै जाए। गुरमुख नादं गुरमुख वेदं, गुरमुख रहा समाई। गुर ईसर गुर गोरख बर्मा, गुर पार्वती माई। जय हो जाना आखा नाही, कहना कथन ना जाई। गुरा एक दे बुझाई, सबना जियां का एक दाता। सो मैं विसर ना जाई। सो इत्थे तक पंजवीं पौड़ी है, जिस दे विच सतगुरु गुरु नानक देव महाराज बख्शिश करते हैं कि वह अकाल पुरख वाहिगुरू जिहड़ा एक है, जिहड़ा सर्व व्यापक है, जिहड़ा सारी सृष्टि का मालक है, जिहड़ा साडा सारियां दा साझा रब है। जिसनों कोई राम कहता, जिसनों कोई अल्लाह कहता, जिसनों कोई हरि कहता, जिसनों कोई गोविंद कहता, जिहदे बेअंत नाम हैं। वो प्रभु कैसा है? कहते थापिया ना जाए। वो प्रभु ਉਹਦਾ कोई बुत नहीं बना सकता, ਉਹਦੀ कोई तस्वीर नहीं बना सकता। कीता ना होए, वो किसी का बनाया होया नहीं, उसनों कोई बना नहीं सकता, उसनों कोई घड़ नहीं सकता। वो ऐसा है। उस प्रभु नूं किसी ने पैदा नहीं किया, वो अपने आप तो आपे है। थापिया ना जाए, कीता ना होए, उसकी फोटो नहीं बन सकती, तस्वीर नहीं बन सकती, उसका बुत नहीं बनाया जा सकता, उसनों घड़िया नहीं जा सकता। वो रब ऐसा है जिसकी तस्वीर बनाई जा सकती है, जिसनों घड़िया जा सकता, बनाया जा सकता, पैदा किया जा सकता। वो रब नहीं हो सकता, वो रब नहीं हो सकता। बहुत सारे लोगों ने कुछ बुत बना के उसनों रब समझ के पूजना शुरू कर दिता। जिहड़ा रब है वो अकाल पुरख वाहिगुरू है, सर्व व्यापक है, जिसने सारी सृष्टि रची है। वो घड़िया नहीं जा सकता, बनाया नहीं जा सकता, पैदा नहीं किया जा सकता, उसकी तस्वीर नहीं बनाई जा सकती। थापिया ना जाए,
ਕੀਤਾ ਨਾ ਹੋਏ ਉਹ ਬਣਾਇਆ ਨਹੀਂ ਜਾ ਸਕਦਾ। ਆਪੇ ਆਪ ਨਿਰੰਜਨ ਸੋਏ, ਉਹ ਪ੍ਰਭੂ ਆਪਣੇ ਆਪ ਤੋਂ ਆਪ ਹੀ ਪ੍ਰਕਾਸ਼ ਹੈ, ਨਿਰੰਜਨ ਹੈ। ਉਸ ਨੂੰ ਕਿਸੇ ਤਰ੍ਹਾਂ ਦਾ ਕੋਈ ਦਾਗ ਨਹੀਂ ਹੈ, ਉਹ ਬੇਅੰਤ ਪਵਿੱਤਰ ਹੈ, ਉਸ ਨੂੰ ਕੋਈ ਦਾਗ ਨਹੀਂ। ਉਹ ਮਾਇਆ ਤੋਂ ਨਿਰਲੇਪ ਹੈ, ਸਾਰਿਆਂ ਦੇ ਵਿੱਚ ਹੈ, ਸਾਰਿਆਂ ਦੇ ਵਿੱਚ ਵਸ ਰਿਹਾ, ਕਣ ਕਣ ਦੇ ਵਿੱਚ ਹੈ, ਪਰ ਸਭ ਤੋਂ ਨਿਰਲੇਪ ਹੈ, ਸਭ ਤੋਂ ਵੱਖਰਾ ਵੀ ਹੈ। ਉਸ ਨੂੰ ਕਿਸੇ ਤਰ੍ਹਾਂ ਦਾ ਕੋਈ ਦਾਗ ਨਹੀਂ ਹੈ, ਕਿਸੇ ਤਰ੍ਹਾਂ ਦਾ ਵੀ ਕੋਈ ਉਸ ਨੂੰ ਚਸਕਾ ਨਹੀਂ ਹੈ, ਕੋਈ ਵਕਾਰ ਨਹੀਂ ਹੈ, ਬੇਅੰਤ ਪਵਿੱਤਰ ਹੈ। ਉਹ ਆਪਣੇ ਆਪ ਤੋਂ ਆਪੇ ਹੈ। ਉਸ ਦਾ ਪ੍ਰਕਾਸ਼ ਕਿਸੇ ਨੇ ਪ੍ਰਕਾਸ਼ ਨਹੀਂ ਕੀਤਾ, ਉਸ ਨੂੰ ਕਿਸੇ ਨੇ ਖੜਾਇਆ ਨਹੀਂ ਹੈ, ਉਹ ਆਪੇ ਖਿੜਿਆ ਹੋਇਆ ਹੈ। ਉਸ ਰੱਬ ਦੀ ਵਿਚਾਰ ਕਰ ਰਹੇ हैं ਗੁਰੂ ਨਾਨਕ ਦੇਵ ਮਹਾਰਾਜ ਇਸ ਪਵਿੱਤਰ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ। ਸਾਡੀ ਜਾਣ ਪਛਾਣ ਕਰਾ ਰਹੇ हैं ਕਿ ਉਸ ਰੱਬ ਨਾਲ ਜੁੜੋ। ਆਪੇ ਆਪ ਨਿਰੰਜਨ ਸੋਏ, ਅੱਗੇ ਕਹਿੰਦੇ ਹਨ ਜਿਨ ਸੇਵਿਆ ਤਿਨ ਪਾਇਆ ਮਾਨ, ਜਿਸ ਨੇ ਉਸ ਪ੍ਰਭੂ ਨੂੰ ਸਿਮਰਿਆ। ਉਹ ਅਕਾਲ ਪੁਰਖ ਵਾਹਿਗੁਰੂ ਨੂੰ ਜਿਸ ਨੇ ਸਿਮਰਿਆ, ਉਸਨੇ ਉਸ ਪ੍ਰਭੂ ਦੇ ਕੋਲੋਂ ਮਾਣ ਸਤਿਕਾਰ ਪ੍ਰਾਪਤ ਕੀਤਾ। ਉਸ ਪ੍ਰਭੂ ਦੀ ਦਰਗਾਹ ਵਿੱਚ, ਉਸ ਪ੍ਰਭੂ ਦੇ ਘਰ ਵਿੱਚ ਉਸ ਦੀ ਇੱਜ਼ਤ ਹੁੰਦੀ ਹੈ, ਉਸ ਦਾ ਸਤਿਕਾਰ ਹੁੰਦਾ ਹੈ। ਰੇ ਰੇ ਦਰਗਹਿ ਕਹੇ ਨਾ ਕੋਊ, ਆਓ ਬੈਠ ਆਦਰ ਸੁਭ ਦੇਵ, ਉਸ ਦਾ ਸਤਿਕਾਰ ਹੁੰਦਾ। ਜਿਹੜਾ ਉਸ ਪ੍ਰਭੂ ਨੂੰ ਸਿਮਰਦਾ, ਉਸ ਪ੍ਰਭੂ ਦੇ ਗੁਣ ਗਾਉਂਦਾ, ਉਸ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਦਾ, ਜਿਹੜਾ ਉਹਦੇ ਨਾਲ ਪਿਆਰ ਪਾ ਲੈਂਦਾ, ਉਹ ਮਨੁੱਖ ਇੱਜ਼ਤ ਵਾਲਾ ਹੈ। ਉਹ ਇੱਜ਼ਤ ਪ੍ਰਾਪਤ ਕਰਦਾ, ਆਦਰ ਸਤਿਕਾਰ ਪ੍ਰਾਪਤ ਕਰਦਾ ਉਹਦੇ ਦਰ ਤੋਂ। ਜਿਨ ਸੇਵਿਆ ਤਿਨ ਪਾਇਆ ਮਾਨ, ਉਹ ਮਾਣ ਵਡਿਆਈ ਇੱਜ਼ਤ ਸਤਿਕਾਰ ਪ੍ਰਾਪਤ ਕਰ ਲੈਂਦਾ ਹੈ। ਉਸ ਨੂੰ ਸਿਮਰਨਾ ਆਪਾਂ ਨੇ। ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰਨਾ ਅਸੀਂ ਉਸ ਨੂੰ ਤਾਂ ਸਿਮਰਾਂਗੇ ਜਦੋਂ ਅਸੀਂ ਉਹਨੂੰ ਜਾਣਾਂਗੇ, ਉਸ ਨੂੰ ਸਮਝਣਾ ਹੈ। ਸਮਝਾਂਗੇ ਤਾਂ ਜਦੋਂ ਅਸੀਂ ਗੁਰੂ ਦੀ ਬਾਣੀ ਦੀ ਵਿਚਾਰ ਕਰਾਂਗੇ। ਕਹਿੰਦੇ ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਇਹ ਨਾਨਕ ਉਸ ਪ੍ਰਭੂ ਨੂੰ ਗਾਉਣਾ ਚਾਹੀਦਾ, ਉਹਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਕਿਸ ਦੀ? ਗੁਣੀ ਨਿਧਾਨ, ਜਿਹੜਾ ਸਾਰੇ ਗੁਣਾਂ ਦਾ ਖਜ਼ਾਨਾ ਹੈ। ਜਿਹੜਾ ਰੱਬ ਹੈ ਉਹ ਅਕਾਲ ਪੁਰਖ ਵਾਹਿਗੁਰੂ ਸਾਰੇ ਗੁਣਾਂ ਦਾ ਖਜ਼ਾਨਾ। ਜੋ ਮਨੁੱਖ ਉਸ ਦੀ ਸਿਫਤ ਸਲਾਹ ਕਰਦਾ, ਜਿਉਂ-ਜਿਉਂ ਉਹਦੇ ਗੁਣਾਂ ਨੂੰ ਉਚਾਰਦਾ, ਉਹਦੇ ਗੁਣਾਂ ਨੂੰ ਸਮਝਦਾ, ਉਹਦੇ ਗੁਣ ਉਸ ਮਨੁੱਖ ਦੇ ਅੰਦਰ ਆ ਜਾਂਦੇ। ਰੱਬ ਦੇ ਗੁਣ ਹਿਰਦੇ ਵਿੱਚ ਆ ਜਾਂਦੇ। ਜਿਉਂ-ਜਿਉਂ ਮਨੁੱਖ ਉਹਦੇ ਗੁਣਾਂ ਨੂੰ ਸਮਝ ਕੇ ਗਾਉਂਦਾ, ਉਹਦੇ ਗੁਣਾਂ ਨੂੰ ਸਮਝਦਾ, ਉਹਦੇ ਗੁਣਾਂ ਨੂੰ ਸਮਝਣਾ। ਗੁਰੂ ਦੀ ਬਾਣੀ ਨੂੰ ਵਿਚਾਰ ਵਿਚਾਰ ਕੇ ਸਮਝ ਕੇ ਜਦੋਂ ਅਸੀਂ ਪੜ੍ਹਾਂਗੇ, ਗਾਵਾਂਗੇ, ਉਹਦੇ ਗੁਣਾਂ ਦੀ ਸਮਝ ਆਏਗੀ, ਉਹਦੇ ਗੁਣ ਸਾਨੂੰ ਪ੍ਰਭਾਵਿਤ ਕਰਨਗੇ। ਫਿਰ ਉਸ ਰੱਬ ਦੇ ਗੁਣ ਸਾਡੇ ਹਿਰਦੇ ਵਿੱਚ ਵਸ ਜਾਣਗੇ, ਸਾਡਾ ਰੱਬ ਨਾਲ ਪਿਆਰ ਬਣੇਗਾ। ਫਿਰ ਉਹਦੇ ਦਰ ਤੋਂ ਸਾਨੂੰ ਇੱਜ਼ਤ ਮਿਲੇਗੀ, ਸਤਿਕਾਰ ਮਿਲੇਗਾ, ਵਡਿਆਈ ਮਿਲੇਗੀ। ਨਾਨਕ ਗਾਵੀਐ ਗੁਣੀ ਨਿਧਾਨ। ਜਿਸ ਮਨੁੱਖ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰਿਆ,
ਉਸਨੇ ਵਡਿਆਈ ਇੱਜ਼ਤ ਪ੍ਰਾਪਤ ਕੀਤੀ ਹੈ। ਇਸ ਕਰਕੇ ਹੇ ਭਾਈ, ਉਸ ਪ੍ਰਭੂ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ, ਉਹਦੇ ਗੁਣਾਂ ਨੂੰ ਗਾਉਣਾ ਚਾਹੀਦਾ ਹੈ ਸਮਝ ਸਮਝ ਕੇ। ਅੱਗੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ, ਗਾਵੀਐ ਸੁਣੀਐ ਮਨ ਰੱਖੀਐ ਪਾਉ। ਹੁਣ ਗਾਉਂਦੇ ਸਾਰੀ ਹੈ, ਕਿਵੇਂ ਗਾਉਣਾ ਹੈ? ਉਸ ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ ਹੈ, ਗੁਰੂ ਦੀ ਬਾਣੀ ਨੂੰ ਗਾਉਣਾ ਹੈ, ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ ਹੈ, ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਸੁਣਨੀ ਹੈ। ਗਾਵੀਐ ਸੁਣੀਐ, ਫਿਰ ਕਿਵੇਂ ਸੁਣਨੀ ਹੈ? ਮਨ ਰੱਖੀਐ ਭਾਉ, ਆਪਣੇ ਮਨ ਦੇ ਵਿੱਚ ਸੁਣ ਸੁਣ ਕੇ, ਗਾ ਗਾ ਕੇ ਉਸ ਪ੍ਰਭੂ ਦਾ ਪਿਆਰ ਟਿਕਾਉਣਾ ਅੰਦਰ। ਅਸੀਂ ਗਾਉਣਾ ਇਸ ਕਰਕੇ ਹੈ, ਸੁਣਨਾ ਇਸ ਕਰਕੇ ਹੈ, ਸਾਡੇ ਹਿਰਦੇ ਵਿੱਚ ਪ੍ਰਭੂ ਦਾ ਪਿਆਰ ਪੈਦਾ ਹੋ ਜਾਵੇ। ਹਿਰਦੇ ਵਿੱਚ ਪ੍ਰਭੂ ਦਾ ਪਿਆਰ ਪੈਦਾ ਕਰਨਾ। ਪਿਆਰ ਕਦੋਂ ਪੈਦਾ ਹੋਏਗਾ? ਜਦੋਂ ਅਸੀਂ ਗੁਰੂ ਦੀ ਬਾਣੀ ਨੂੰ ਨਾ ਬੜੇ ਪਿਆਰ ਦੇ ਨਾਲ ਸਮਝ ਸਮਝ ਕੇ ਗਾਵਾਂਗੇ। ਸਮਝ ਸਮਝ ਕੇ। ਜੇ ਅਸੀਂ ਕੋਈ ਸ਼ਬਦ ਗਾਉਂਦੇ, ਸ਼ਬਦ ਮੈਂ ਗਾ ਰਹੇ ਹਾਂ, ਰਾਗਾਂ ਵਿੱਚ ਵੀ ਗਾ ਰਹੇ ਹਾਂ, ਵਧੀਆ ਗਾ ਰਹੇ ਹਾਂ, ਵਧੀਆ ਸੁਰ ਲਾ ਰਹੇ ਹਾਂ, ਪਰ ਜਿਹੜੇ ਸ਼ਬਦ ਨੂੰ ਗਾ ਰਹੇ ਹਾਂ ਉਹਦੀ ਸਮਝ ਹੈ ਨਹੀਂ ਮੈਨੂੰ, ਫਿਰ ਮੇਰੇ ਹਿਰਦੇ ਵਿੱਚ ਪਿਆਰ ਕਿਵੇਂ ਬਣੇਗਾ? ਇਸੇ ਕਰਕੇ ਬਹੁਤ ਚੰਗੇ ਚੰਗੇ ਰਾਗੀ ਆ ਨਾ ਕਈ, ਜਿਹੜੇ ਸਮਝ ਕੇ ਨਹੀਂ ਗਾਉਂਦੇ, ਸੁਰਾਂ ਬਹੁਤ ਵਧੀਆ ਲਾ ਰਹੇ, ਰਾਗਾਂ ਬਾਰੇ ਬੜੀ ਜਾਣਕਾਰੀ ਹੈ, ਪਰ ਜੋ ਰਾਗ ਗਾ ਰਹੇ, ਰਾਗ ਬਾਰੇ ਤਾਂ ਗਿਆਨ ਹੈ, ਪਰ ਜੇ ਰਾਗ ਦੇ ਵਿੱਚ ਜਿਹੜਾ ਸ਼ਬਦ ਪੜ੍ਹ ਰਹੇ ਉਸ ਸ਼ਬਦ ਬਾਰੇ ਗਿਆਨ ਕੋਈ ਨਹੀਂ ਹੈ, ਫਿਰ ਉਹਦੇ ਹਿਰਦੇ ਵਿੱਚ ਪਿਆਰ ਕਿਵੇਂ ਪੈਦਾ ਹੋਏਗਾ? ਬਹੁਤ ਇਸੀ ਕਰਕੇ ਜਿਹੜੇ ਬਿਨਾਂ ਸ਼ਬਦ ਨੂੰ ਸਮਝਣ ਤੋਂ ਬਿਨਾਂ ਰਾਗਾਂ ਵਿੱਚ ਸ਼ਬਦ ਗਾਉਣ ਵਾਲੇ ਵੀ ਕਿਰਾਏ ਪਏ ਹੋਏ ਕਈ। ਬਹੁਤ ਚੰਗੇ ਚੰਗੇ ਰਾਗੀ ਦੇਖੇ ਹੈ, ਗਾਉਂਦੇ ਵਧੀਆ, ਰਾਗਾਂ ਵਿੱਚ ਕੀਰਤਨ ਕਰਦੇ ਆ। ਮੈਂ ਪਖੰਡੀਆਂ ਦੇ ਪੈਰਾਂ ਦੇ ਵਿੱਚ ਨੱਕ ਰਗੜਦੇ ਦੇਖੇ, ਪਖੰਡੀ ਸਾਧਾਂ ਦੇ ਚੰਗੇ ਚੰਗੇ ਰਾਗੀ, ਰਾਗਾਂ ਬਾਰੇ ਬਹੁਤ ਗਿਆਨ ਹੈ, ਵਧੀਆ ਸੁਰਾਂ ਲਾਉਂਦੇ ਹਨ, ਆਵਾਜ਼ ਬਹੁਤ ਵਧੀਆ ਹੈ, ਪਰ ਸ਼ਬਦ ਬਾਰੇ ਜਾਣਦੇ ਕੁਝ ਨਹੀਂ ਹੈ, ਸ਼ਬਦ ਨੂੰ ਸਮਝਦੇ ਨਹੀਂ, ਰਾਗਾਂ ਨੂੰ ਸਮਝਦੇ। ਉਹਨਾਂ ਦਾ ਰੱਬ ਉੱਤੇ, ਗੁਰੂ ਉੱਤੇ ਵਿਸ਼ਵਾਸ ਹੀ ਨਹੀਂ ਬਣਦਾ, ਫਿਰ ਪਖੰਡੀਆਂ ਦੇ ਜਾਲ ਵਿੱਚ ਫਸ ਜਾਂਦੇ। ਚੰਗੇ ਚੰਗੇ ਰਾਗੀ ਦੇਖੇ ਮੈਂ, ਪਖੰਡੀਆਂ ਦੇ ਪੈਰਾਂ ਵਿੱਚ ਜਾ ਕੇ ਉਹਨਾਂ ਤੋਂ ਆਸ਼ੀਰਵਾਦਾਂ ਲੈਂਦੇ। ਕਾਰਨ ਇਹੀ ਹੈ ਕਿ ਉਹ ਰਾਗਾਂ ਦੇ ਮਾਹਰਾਂ, ਰਾਗ ਵਧੀਆ ਗਾਉਂਦੇ ਹਨ, ਸੁਰਾਂ ਠੀਕ ਲਾਉਂਦੇ ਹਨ, ਆਵਾਜ਼ ਬਹੁਤ ਵਧੀਆ ਹੈ, ਪਰ ਜਿਹੜਾ ਸ਼ਬਦ ਗਾਉਂਦੇ ਹਨ ਉਹ ਸ਼ਬਦ ਬਾਰੇ ਕੋਈ ਗਿਆਨ ਨਹੀਂ ਹੈ, ਸ਼ਬਦ ਨੂੰ ਸਮਝਦੇ ਕੋਈ ਨਹੀਂ ਹੈ। ਇਸ ਕਰਕੇ ਉਹਨਾਂ ਦੇ ਹਿਰਦੇ ਵਿੱਚ ਪ੍ਰਭੂ ਦਾ ਪਿਆਰ ਬਣਦਾ ਹੀ ਨਹੀਂ ਹੈ, ਪ੍ਰਭੂ ਉੱਤੇ, ਗੁਰੂ ਉੱਤੇ ਵਿਸ਼ਵਾਸ ਹੀ ਨਹੀਂ ਬਣਦਾ। ਚੰਗੇ ਚੰਗੇ ਰਾਗੀ ਇਸੀ ਕਰਕੇ ਇਹ ਕੀਰਤਨ ਛੱਡ ਕੇ ਹੋਰ ਪਾਸੇ ਵੀ ਚਲੇ ਗਏ, ਹੋਰੇ ਕੁਝ ਗਾਉਣ ਲੱਗ ਪਏ। ਕੀਰਤਨ ਛੱਡ ਕੇ ਉਹਨਾਂ ਨੂੰ ਇੱਧਰੋਂ ਕੁਝ ਮਿਲਿਆ ਹੀ ਨਹੀਂ ਹੈ। ਕਿਉਂ ਨਹੀਂ ਮਿਲਿਆ? ਕਿਉਂਕਿ ਉਹਨਾਂ ਨੇ ਸ਼ਬਦ ਨੂੰ ਸਮਝਿਆ ਨਹੀਂ ਹੈ। ਗਾਇਆ ਜ਼ਰੂਰ ਹੈ, ਸਮਝਿਆ ਹੈ ਉਹ ਨਹੀਂ, ਸਮਝ ਕੇ ਨਹੀਂ ਗਾਇਆ। ਚੰਗੇ ਚੰਗੇ ਰਾਗੀ ਕੀਰਤਨ ਛੱਡ ਕੇ ਲੱਚਰ ਗਾਣੇ ਗਾਉਣ ਲੱਗ ਪਏ, ਕਲਾਕਾਰ ਬਣ ਗਏ। ਦੱਸੋ। ਇਸ ਕਰਕੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਹਨ ਕਿ ਗੁਰੂ ਦੀ ਬਾਣੀ ਨੂੰ ਸਮਝ ਸਮਝ ਕੇ ਗਾਉਣਾ, ਗਾ ਗਾ ਕੇ ਸਮਝਣਾ, ਫਿਰ ਤੁਹਾਡੇ ਹਿਰਦੇ ਵਿੱਚ ਪ੍ਰਭੂ ਦਾ ਪਿਆਰ ਪੈਦਾ ਹੋਏਗਾ। ਗੁਰੂ ਦੀ ਬਾਣੀ ਨੂੰ ਪੜ੍ਹ ਪੜ੍ਹ ਕੇ ਸਮਝਣਾ, ਸਮਝ ਸਮਝ ਕੇ ਪੜ੍ਹਨੀ ਹੈ ਬਾਣੀ, ਸੁਣ ਸੁਣ ਕੇ ਗੁਰੂ ਦੀ ਬਾਣੀ ਨੂੰ ਸਮਝਣਾ, ਸਮਝ ਸਮਝ ਕੇ ਸੁਣਨਾ। ਆਪਾਂ ਸਮਝਣ ਦੀ ਕੋਈ ਜ਼ਰੂਰਤ ਨਹੀਂ ਸਮਝਦੇ, ਆਪਾਂ ਹੁਣ ਸਮਝਣ ਦਾ ਯਤਨ ਕਰ ਰਹੇ ਹਾਂ ਨਾ।
ਜਿਉਂ-ਜਿਉਂ ਅਸੀਂ ਗੁਰੂ ਦੀ ਬਾਣੀ ਨੂੰ ਸਮਝਾਂਗੇ ਨਾ, ਵਿਚਾਰਾਂਗੇ ਗੁਰੂ ਦੇ ਸ਼ਬਦ ਨੂੰ, ਤਿਉਂ-ਤਿਉਂ ਸਾਡੇ ਹਿਰਦੇ ਵਿੱਚ ਪ੍ਰਭੂ ਦਾ ਪਿਆਰ ਪੈਦਾ ਹੋਏਗਾ, ਤਿਉਂ-ਤਿਉਂ ਸਾਡਾ ਰੱਬ ਉੱਤੇ, ਗੁਰੂ ਉੱਤੇ ਵਿਸ਼ਵਾਸ ਬਣੇਗਾ। ਫਿਰ ਉਹ ਮਨੁੱਖ ਇੱਕ ਰੱਬ ਨੂੰ ਛੱਡ ਕੇ, ਇੱਕ ਗੁਰੂ ਨੂੰ ਛੱਡ ਕੇ ਫਿਰ ਕਿਤੇ ਹੋਰ ਥਾਂ ਨਹੀਂ ਭਟਕੇਗਾ। ਥਾਂ ਭਟਕਣ ਦਾ ਮਤਲਬ ਇਹੀ ਹੈ ਕਿ ਅਸੀਂ ਗੁਰੂ ਦੇ ਸ਼ਬਦ ਨੂੰ ਸਮਝਿਆ ਨਹੀਂ ਹੈ। ਸਾਡਾ ਇਹ ਜੀਵਨ ਹੈ, ਗੁਰੂ ਦੀ ਬਾਣੀ ਦੇ ਵਿੱਚ ਸਾਡਾ ਜੀਵਨ ਲੁਕਿਆ ਹੋਇਆ, ਜੀਵਨ ਪ੍ਰਾਪਤ ਕਰਨਾ ਅਸੀਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ, ਗਾਵੀਐ ਸੁਣੀਐ ਮਨ ਰੱਖੀਐ ਭਾਉ। ਆਪਣੇ ਮਨ ਵਿੱਚ ਪ੍ਰਭੂ ਦਾ ਪਿਆਰ ਪੈਦਾ ਕਰੋ, ਆਪਣੇ ਮਨ ਦੇ ਵਿੱਚ ਪ੍ਰਭੂ ਦਾ ਪਿਆਰ ਟਿਕਾਓ, ਉਹਦੇ ਨਾਲ ਪ੍ਰੇਮ ਪਵੇ ਸਾਡਾ। ਜਦੋਂ ਅਸੀਂ ਨਹੀਂ, ਸਤਿਗੁਰੂ ਜੀ ਇਹ ਵੀ ਕਹਿੰਦੇ ਇੱਕ ਥਾਂ ਕਿ ਸੇਵਕ ਸਿੱਖ ਪੂਜਣ ਸਭ ਆਵੇਂ, ਸਭ ਗਾਵੇਂ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਜਿਸ ਨੇ ਸਤਿਗੁਰੂ ਦੀ ਆਗਿਆ ਨੂੰ ਸਤ ਕਰਕੇ ਮੰਨਿਆ, ਉਹਦਾ ਹੀ ਗਾਇਆ ਹੋਇਆ ਸੁਣਿਆ ਹੋਇਆ ਪ੍ਰਵਾਨ ਹੋਣਾ। ਆਗਿਆ ਨੂੰ ਸਤ ਕਰਕੇ ਤਾਂ ਮੰਨਾਂਗੇ ਜਦੋਂ ਅਸੀਂ ਉਹਦੀ ਆਗਿਆ ਨੂੰ ਸਮਝਾਂਗੇ। ਬਿਨਾਂ ਸਮਝਣ ਤੋਂ ਗਾਉਣ ਵਾਲਿਆਂ ਨੂੰ, ਰਾਗੀਆਂ ਨੂੰ ਇੱਥੇ ਤੱਕ ਕਹਿ ਦਿੱਤਾ ਕਿ ਕੋਈ ਗਾਵੇ ਰਾਗੀ ਨਾਦੀ ਵੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ। ਜਿਨਾ ਅੰਤਰ ਕਪਟ ਵਿਕਾਰ ਹੈ ਤਿਨਾ ਰੋਏ ਕਿਆ ਕੀਜੈ। ਜਿਨਾ ਅੰਤਰ ਕਪਟ ਵਿਕਾਰ ਹੈ, ਅੰਦਰ ਕਪਟ ਵਿਕਾਰ ਤਾਂ ਉੱਦਾਂ ਹੀ ਪਿਆ ਰਹਿ ਜਾਣਾ, ਉਹ ਫਿਰ ਗਾ ਥੋੜ੍ਹਾ ਰਹੇ, ਰੋ ਰਹੇ। ਇਸ ਕਰਕੇ ਗੁਰੂ ਦੀ ਬਾਣੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਗੁਰੂ ਦੀ ਬਾਣੀ ਨੂੰ ਵਿਚਾਰਨ ਦੀ ਲੋੜ ਹੈ। ਬਾਣੀ ਵਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਬਾਣੀ ਨੂੰ ਗਾਉਣ ਵਾਲੇ ਬਹੁਤ ਹਨ, ਪੜ੍ਹਨ ਵਾਲੇ ਬਹੁਤ ਹਨ, ਪਰ ਵਿਚਾਰਨ ਵਾਲੇ ਬਹੁਤ ਘੱਟ ਹਨ। ਸਮਝਣ ਦਾ ਯਤਨ ਨਹੀਂ ਕਰਦੇ ਆਪਾਂ, ਹਿਰਦੇ ਵਿੱਚ ਪ੍ਰਭੂ ਦਾ ਪਿਆਰ ਹੀ ਨਹੀਂ ਬਣਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ, ਗਾਵੀਐ ਸੁਣੀਐ ਮਨ ਰੱਖੀਐ ਭਾਉ। ਫਿਰ ਜਦੋਂ ਸਾਡੇ ਹਿਰਦੇ ਵਿੱਚ ਪ੍ਰਭੂ ਦਾ ਪਿਆਰ ਪੈਦਾ ਹੋ ਗਿਆ, ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਸੁਣ ਕੇ, ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਕੇ, ਗੁਰੂ ਦੀ ਬਾਣੀ ਗਾ ਕੇ, ਸੁਣ ਕੇ ਜਦੋਂ ਸਾਡੇ ਹਿਰਦੇ ਵਿੱਚ ਪ੍ਰਭੂ ਦਾ ਪਿਆਰ ਪੈਦਾ ਹੋ ਗਿਆ, ਤਾਂ ਕਿਸੇ ਤਰ੍ਹਾਂ ਦਾ ਸਾਡੇ ਨੇੜੇ ਤੇੜੇ ਵੀ ਨਹੀਂ ਰਹਿਣਾ, ਕਿਸੇ ਤਰ੍ਹਾਂ ਦਾ ਵੀ ਦੁੱਖ, ਸਾਰੇ ਦੁੱਖ ਭੱਜ ਜਾਣਗੇ। ਫਿਰ ਕੋਈ ਦੁੱਖ ਨਹੀਂ ਨੇੜੇ ਰਹੇਗਾ। ਦੁੱਖ ਪਰ ਹਰ, ਦੁੱਖ ਦੂਰ ਹੋ ਜਾਣਗੇ। ਦੁੱਖ ਪਰ ਹਰ ਸੁਖ ਘਰ ਲੈ ਜਾਏ। ਉਹ ਮਨੁੱਖ ਆਪਣੇ ਹਿਰਦੇ ਘਰ ਵਿੱਚ ਬਹੁਤ ਵੱਡਾ ਸੁਖ ਪੈਦਾ ਕਰ ਲੈਂਦਾ, ਉਹਦੇ ਹਿਰਦੇ ਵਿੱਚ ਬਹੁਤ ਵੱਡਾ ਸੁਖ ਪੈਦਾ ਹੋ ਜਾਂਦਾ। ਕਿਹੜਾ ਸੁਖ? ਜਿਹੜਾ ਕਦੇ ਵੀ ਦੁੱਖਾਂ ਵਿੱਚ ਨਹੀਂ ਬਦਲਦਾ। ਉਹ ਸੁਖ ਬਣਿਆ ਰਹਿੰਦਾ, ਤਤੀ ਤਵੀ ਉੱਤੇ ਵੀ ਬਣਿਆ ਰਹਿੰਦਾ, ਦੇਗਾਂ ਵਿੱਚ ਉਬਲਦੇ ਹੋਏ ਦਾ ਵੀ ਉਹ ਸੁਖ ਬਣਿਆ ਰਹਿੰਦਾ, ਨੀਹਾਂ ਦੇ ਵਿੱਚ ਚਣਵਾ ਕੇ ਵੀ ਉਹ ਸੁਖ ਬਣਿਆ ਰਹਿੰਦਾ। ਉਹ ਦੁੱਖਾਂ ਵਿੱਚ ਨਹੀਂ ਬਦਲਦਾ। ਜਦੋਂ ਮਨੁੱਖ ਗੁਰੂ ਦੀ ਬਾਣੀ ਨੂੰ ਬੜੇ ਪਿਆਰ ਨਾਲ ਗਾਉਂਦਾ, ਸੁਣਦਾ, ਵਿਚਾਰਦਾ, ਜਿਹਦੇ ਹਿਰਦੇ ਵਿੱਚ ਪ੍ਰਭੂ ਦਾ ਪਿਆਰ ਪੈਦਾ ਹੋ ਗਿਆ, ਉਸ ਨੂੰ ਇਤਨਾ ਵੱਡਾ ਸੁੱਖ ਮਿਲਦਾ। ਉਹਦੇ ਹਿਰਦੇ ਵਿੱਚ ਐਸਾ ਸੁੱਖ ਪੈਦਾ ਹੋ ਜਾਂਦਾ, ਉਹਦੇ ਸਾਰੇ ਦੁੱਖ ਦੂਰ ਹੋ ਜਾਂਦੇ ਆ। ਦੁੱਖ ਪਰ ਹਰ ਸੁਖ ਘਰ ਲੈ ਜਾਏ। ਉਹ ਇੱਕ ਬਹੁਤ ਵੱਡਾ ਸੁੱਖ ਆਪਣੇ ਹਿਰਦੇ ਦੇ ਵਿੱਚ ਟਿਕਾ ਲੈਂਦਾ, ਬਹੁਤ ਵੱਡਾ ਉਸਦੇ ਅੰਦਰ ਆਤਮਿਕ ਆਨੰਦ ਬਣ ਜਾਂਦਾ। ਉਹ ਕਦੇ ਫਿੱਕਾ ਨਹੀਂ ਪੈਂਦਾ, ਉਹ ਆਨੰਦ ਬਣਿਆ ਰਹਿੰਦਾ। ਹੁਣ ਅੱਗੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ। ਪਰ ਉਹ ਸੁੱਖ ਕਿਵੇਂ ਮਿਲਣਾ? ਗੁਰਮੁਖ ਬਣ ਕੇ। ਗੁਰਮੁਖ ਕੌਣ ਆ? ਜਿਹਦਾ ਗੁਰੂ ਉੱਤੇ ਵਿਸ਼ਵਾਸ ਹੈ, ਜਿਸ ਨੇ ਗੁਰੂ ਅੱਗੇ ਆਪਣੇ ਆਪ ਨੂੰ ਸਮਰਪਣ ਕੀਤਾ ਹੈ, ਜਿਹਦਾ ਹਰ ਵਕਤ ਗੁਰੂ ਵੱਲ ਹੀ ਮੁੱਖ ਹੈ। ਗੁਰਮੁਖ ਗੁਰੂ ਵੱਲ ਹੀ ਮੁੱਖ ਹੈ, ਗੁਰੂ ਤੋਂ ਬਿਨਾਂ ਹੋਰ ਕਿਸੇ ਨੂੰ ਜਾਣਦਾ ਹੀ ਨਹੀਂ ਹੈ। ਕੋਈ ਸ਼ੰਕਾ ਪੈ ਗਈ, ਗੁਰੂ ਕੋਲੇ ਜਾਂਦਾ ਹੈ।
ਜੇ ਕੋਈ ਚੀਜ਼ ਮੰਗਣੀ ਹੈ, ਕੋਈ ਅਰਦਾਸ ਕਰਨੀ ਹੈ, ਬੇਨਤੀ ਕਰਨੀ ਹੈ, ਗੁਰੂ ਅੱਗੇ ਹੀ ਕਰਦਾ ਹੈ। ਆਪਣਾ ਦੁੱਖ ਵੀ ਗੁਰੂ ਨੂੰ ਦੱਸਦਾ ਹੈ, ਆਪਣਾ ਸੁੱਖ ਵੀ ਗੁਰੂ ਨੂੰ ਦੱਸਦਾ ਹੈ। ਸੁੱਖ ਵਿੱਚ ਗੁਰੂ ਦਾ ਸ਼ੁਕਰਾਨਾ ਕਰਦਾ, ਦੁੱਖ ਵਿੱਚ ਗੁਰੂ ਅੱਗੇ ਹੀ ਅਰਦਾਸ ਕਰਦਾ। ਕਿਸੇ ਹੋਰ ਥਾਂ ਨਹੀਂ ਭੱਜਦਾ। ਉਸ ਨੂੰ ਗੁਰਮੁਖ ਕਹਿੰਦੇ ਆ, ਜਿਹਦਾ ਗੁਰੂ 'ਤੇ ਵਿਸ਼ਵਾਸ ਹੈ। ਹੁਣ ਸਾਡਾ ਤਾਂ ਕਈ ਜਗ੍ਹਾ ਵਿਸ਼ਵਾਸ ਹੁੰਦਾ, ਅਸੀਂ ਤਾਂ ਥਾਂ ਮੱਥੇ ਟੇਕਣੇ ਹੁੰਦੇ। ਉਹ ਗੁਰਮੁਖ ਹੈ। ਗੁਰਮੁਖ ਦੀ ਅਵਸਥਾ ਜਿਹੜੀ, ਗੁਰਮੁਖ ਦੀ ਪਦਵੀ ਬਹੁਤ ਉੱਚੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਤਾਂ ਗੁਰੂ ਨਾਨਕ ਨੂੰ ਗੁਰਮੁਖ ਕਿਹਾ, ਗੁਰਮੁਖ ਕਾਲ ਵਿੱਚ ਪ੍ਰਗਟ ਹੋਆ। ਕਿਤਨੀ ਵੱਡੀ ਪਦਵੀ ਹੈ। ਜਿਹੜਾ ਗੁਰਮੁਖ ਬਣਦਾ, ਜਿਹਦਾ ਗੁਰੂ ਉੱਤੇ ਵਿਸ਼ਵਾਸ ਹੈ ਨਾ, ਜਿਹੜਾ ਗੁਰਮੁਖ ਬਣ ਗਿਆ, ਉਹਨੂੰ ਦੂਜੇ ਪਾਸੇ ਕਿਤੇ ਜਾਣ ਦੀ ਲੋੜ ਨਹੀਂ ਪੈਂਦੀ ਹੈ। ਉਹ ਕਿਤੇ ਭਟਕੇਗਾ ਨਹੀਂ। ਜਿਹੜਾ ਨਹੀਂ ਭਟਕਦਾ ਉਸ ਨੂੰ ਗੁਰਮੁਖ ਕਹੋ। ਜਿਹਦਾ ਗੁਰੂ 'ਤੇ ਵਿਸ਼ਵਾਸ ਹੈ, ਜਿਸ ਨੇ ਗੁਰੂ ਦੀ ਸ਼ਰਨ ਲਈ ਹੋਈ ਹੈ, ਉਹ ਫਿਰ ਗੁਰੂ ਕੋਲੋਂ ਕੀ ਪ੍ਰਾਪਤ ਕਰਦਾ ਹੈ? ਗੁਰਮੁਖ ਨਾਦ ਨੂੰ, ਆਤਮਿਕ ਜੀਵਨ ਪ੍ਰਾਪਤ ਕਰ ਲੈਂਦਾ। ਪ੍ਰਭੂ ਦਾ ਨਾਮ ਪ੍ਰਾਪਤ ਹੋ ਜਾਂਦਾ, ਉਹਨੂੰ ਅਸਲ ਜ਼ਿੰਦਗੀ ਮਿਲ ਜਾਂਦੀ ਹੈ ਉਸਨੂੰ ਗੁਰੂ ਕੋਲੋਂ। ਨਾ ਖਤਮ ਹੋਣ ਵਾਲਾ ਸੁੱਖ ਪ੍ਰਾਪਤ ਹੋ ਜਾਂਦਾ, ਨਾਮ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਗੁਰਮੁਖ ਨਾਦੰ ਗੁਰਮੁਖ ਵੇਦੰ, ਜਿਸਦਾ ਗੁਰੂ 'ਤੇ ਵਿਸ਼ਵਾਸ ਹੈ, ਉਸ ਨੂੰ ਅਸਲ ਗਿਆਨ ਪ੍ਰਾਪਤ ਹੁੰਦਾ ਹੈ। ਗਿਆਨ, ਹੁਣ ਗਿਆਨੀ ਆਪਾਂ ਸਾਰੇ ਹੀ ਹਾਂ, ਸਾਰੇ ਪੜ੍ਹੇ ਲਿਖੇ ਹਾਂ। ਕੋਈ ਕਹੇਗਾ ਮੈਨੂੰ ਗਿਆਨ ਨਹੀਂ। ਜਿਸਨੇ ਉਸ ਇੱਕ ਨੂੰ ਨਹੀਂ ਸਮਝਿਆ ਗੁਰੂ ਕੋਲੋਂ, ਉਹ ਕੁਝ ਵੀ ਨਹੀਂ ਜਾਣਦਾ ਹੈ। ਭਾਵੇਂ ਦੁਨੀਆ ਦੇ ਸਾਰੇ ਗ੍ਰੰਥ ਪੜ੍ਹੇ ਹੋਏ ਕਿਸੇ ਨੇ, ਸਾਰੇ ਧਾਰਮਿਕ ਗ੍ਰੰਥ, ਉਹਦੇ ਮੂੰਹ ਜਵਾਨੀ ਯਾਦਾਂ, ਸਾਰੇ ਗ੍ਰੰਥ ਪੜ੍ਹੇ ਹੋਏ ਹੈ, ਉਹ ਕੱਖ ਵੀ ਨਹੀਂ ਜਾਣਦਾ, ਅਗਿਆਨੀ ਹੈ। ਜੇ ਉਸਨੇ ਇੱਕ ਨੂੰ ਨਹੀਂ ਸਮਝਿਆ ਕਿ ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਉਹੀ ਰਾਮ ਹੈ, ਉਹੀ ਅੱਲਾ ਹੈ, ਉਹੀ ਹਰੀ ਹੈ, ਉਹੀ ਗੋਬਿੰਦ ਹੈ। ਜਿਸ ਨੇ ਉਸ ਇੱਕ ਨੂੰ ਨਹੀਂ ਨਾ ਜਾਣਿਆ, ਉਹ ਕੁਝ ਵੀ ਨਹੀਂ ਪੜ੍ਹਿਆ। ਉਸਨੇ ਐਵੇਂ ਗ੍ਰੰਥਾਂ ਦਾ ਵਜਨ ਹੀ ਚੱਕਿਆ ਹੋਇਆ, ਭਾਰ ਚੱਕਿਆ ਹੋਇਆ, ਕੁਝ ਵੀ ਨਹੀਂ ਜਾਣਦਾ। ਅਗਿਆਨੀ ਹੈ, ਮੂਰਖ ਹੈ। ਸਗੋਂ ਇੰਨੇ ਗ੍ਰੰਥ ਪੜ੍ਹ ਲਏ ਪਰ ਇੱਕ ਨੂੰ ਜਾਣਿਆ ਹੀ ਨਹੀਂ ਹੈ। ਉਹ ਮਨੁੱਖ ਬਹੁਤ ਵੱਡਾ ਗਿਆਨੀ ਹੈ, ਜਿਸ ਨੇ ਗੁਰੂ ਦੀ ਸ਼ਰਨ ਲੈ ਕੇ ਇੱਕ ਨੂੰ ਸਮਝਿਆ। ਗੁਰੂ ਕੋਲੋਂ, ਗੁਰੂ ਦੇ ਸ਼ਬਦ ਨੂੰ ਵਿਚਾਰ ਕੇ, ਗੁਰੂ ਦੀ ਬਾਣੀ ਨੂੰ ਵਿਚਾਰ ਕੇ ਇੱਕ ਰੱਬ ਨੂੰ ਸਮਝ ਲਿਆ ਕਿ ਉਹ ਅਕਾਲ ਪੁਰਖ ਵਾਹਿਗੁਰੂ ਸਰਵ ਵਿਆਪਕ ਹੈ, ਉਹਦੇ ਵਰਗਾ ਦੂਜਾ ਕੋਈ ਨਹੀਂ ਹੈ, ਉਹ ਸਾਡਾ ਸਾਰਿਆਂ ਦਾ ਸਾਂਝਾ ਹੈ। ਉਹਦਾ ਨਾ ਰੂਪ ਹੈ, ਨਾ ਰੇਖ ਹੈ, ਨਾ ਰੰਗ ਹੈ, ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਜਿਸ ਨੇ ਇੱਕ ਨੂੰ ਸਮਝ ਲਿਆ, ਜਿਹਦਾ ਇੱਕ ਉੱਤੇ ਵਿਸ਼ਵਾਸ ਹੈ, ਉਸ ਨੂੰ ਸਮਝੋ ਉਹ ਗਿਆਨੀ ਹੈ। ਉਹ ਹੈ ਅਸਲ ਗਿਆਨੀ। ਉਹ ਭਾਵੇਂ ਦੁਨਿਆਵੀ ਪੜ੍ਹਾਈ ਉਹਦੇ ਕੋਲ, ਭਾਵੇਂ ਸਕੂਲ ਵੀ ਨਹੀਂ ਦੇਖਿਆ ਉਸਨੇ, ਉਹ ਗਿਆਨੀ ਹੈ। ਭਾਵੇਂ ਉਹ ਕਦੇ ਸਕੂਲ ਵਿੱਚ ਵੀ ਨਹੀਂ ਗਿਆ, ਭਾਵੇਂ ਕੁਝ ਵੀ ਨਹੀਂ ਜਾਣਦਾ ਉਹ, ਪਰ ਇੱਕ ਨੂੰ ਜਾਣਦਾ, ਉਹ ਗਿਆਨੀ ਹੈ। ਉਹ ਗਿਆਨ ਕਿੱਥੋਂ ਮਿਲਦਾ? ਗੁਰੂ ਕੋਲੋਂ ਮਿਲਦਾ ਹੈ। ਗੁਰਮੁਖ ਨਾਦੰ ਗੁਰਮੁਖ ਵੇਦੰ। ਦੇਖੋ ਜਪਜੀ ਸਾਹਿਬ ਦਾ ਪਾਠ ਸਾਰੇ ਕਰਦੇ ਤੁਸੀਂ, ਇਹਦੇ ਵਿੱਚੋਂ ਕੀ ਹੈ? ਇਹ ਜਪਜੀ ਸਾਹਿਬ ਦਾ ਪਾਠ ਅਸੀਂ ਆਪਣੇ ਹਿਰਦੇ ਵਿੱਚ ਲਿਆਉਣਾ। ਪਰ ਸਾਡਾ ਜਪਜੀ ਸਾਹਿਬ ਦਾ ਪਾਠ ਤਾਂ ਬਾਥਰੂਮ ਵਿੱਚ ਰਹਿ ਜਾਂਦਾ। ਨਹਾਉਂਦਾ ਬੰਦਾ ਜਪਜੀ ਸਾਹਿਬ ਦਾ ਪਾਠ ਕਰ ਲੈਂਦਾ, ਬਾਥਰੂਮ ਵਿੱਚ ਰਹਿ ਜਾਂਦਾ। ਇਹ ਜਪਜੀ ਸਾਹਿਬ ਦਾ ਪਾਠ ਅਸੀਂ ਆਪਣੇ ਹਿਰਦੇ ਵਿੱਚ ਲਿਆਉਣਾ। ਕਿਵੇਂ ਆਏਗਾ? ਜਦੋਂ ਇਸ ਨੂੰ ਸਮਝਾਂਗੇ ਤਾਂ ਹਿਰਦੇ ਵਿੱਚ ਆਉਣਾ। ਗੁਰਮੁਖ ਨਾਦੰ ਗੁਰਮੁਖ ਵੇਦੰ, ਕਹਿੰਦੇ ਗੁਰਮੁਖ ਰਿਹਾ ਸਮਾਈ। ਜਦੋਂ ਮਨੁੱਖ ਗੁਰੂ ਦੀ ਸ਼ਰਨ ਲੈ ਲੈਂਦਾ, ਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ, ਦੇਖੋ ਉਹਦਾ ਕਿਵੇਂ ਭਰਮ ਟੁੱਟਦਾ। ਉਹ ਸਾਰਿਆਂ ਦੇ ਵਿੱਚ ਇੱਕ ਪਰਮੇਸ਼ਰ ਨੂੰ ਹੀ ਵਸਦਾ ਦੇਖਦਾ ਕਿ ਸਾਰਿਆਂ ਦੇ ਵਿੱਚ ਉਹ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਹੈ, ਸਾਰਿਆਂ ਦੇ ਵਿੱਚ ਉਹੀ ਵਿਆਪਕ ਹੈ। ਗੁਰਮੁਖ ਰਿਹਾ ਸਮਾਈ, ਕਹਿੰਦੇ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ। ਦੇਖੋ ਉਹਦੇ ਵਾਸਤੇ ਜਿਸ ਨੇ ਗੁਰੂ ਕੋਲੋਂ ਐਸਾ ਗਿਆਨ ਪ੍ਰਾਪਤ ਕਰ ਲਿਆ, ਜਿਸ ਨੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਆਪਣੇ ਸਾਰੇ ਦੁੱਖ ਮਿਟਾ ਲਏ,
ਜਿਸਨੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਰੱਬ ਦਾ ਪਿਆਰ ਹਿਰਦੇ ਵਿੱਚ ਟਿਕਾ ਲਿਆ, ਉਹ ਫਿਰ ਗੁਰੂ ਨੂੰ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਜਾਏਗਾ। ਉਹਦੇ ਵਾਸਤੇ ਗੁਰੂ ਹੀ ਸ਼ਿਵ ਜੀ ਹੈ, ਉਹ ਕਿਸੇ ਦੇਵੀ ਦੇਵਤੇ ਦੇ ਮਗਰ ਨਹੀਂ ਭੱਜੇਗਾ। ਉਹਦੇ ਵਾਸਤੇ ਗੁਰੂ ਹੀ ਸ਼ਿਵ ਜੀ ਹੈ, ਗੁਰੂ ਈਸ਼ਰ, ਜਿਸਨੇ ਗੁਰੂ ਦੀ ਸ਼ਰਨ ਲਈ ਹੈ। ਉਹਦੇ ਵਾਸਤੇ ਗੁਰੂ ਹੀ ਗੋਰਖ ਹੈ, ਜੋਗ ਮਤ ਦਾ ਬਾਨੀ। ਜਿਹੜਾ ਜੋਗੀਆਂ ਦਾ ਗੁਰੂ ਹੈ ਨਾ, ਗੋਰਖ ਹੈ। ਜੋਗੀ ਗੋਰਖ ਗੋਰਖ ਕਰੇ, ਜੋਗੀ ਗੋਰਖ ਦਾ ਨਾਮ ਜਪਦੇ ਹੈ। ਪਰ ਗੁਰੂ ਦੇ ਸਿੱਖ ਵਾਸਤੇ ਗੁਰੂ ਹੀ ਗੋਰਖ ਹੈ। ਜਿਹੜਾ ਗੁਰੂ ਦਾ ਸਿੱਖ ਹੈ ਨਾ, ਉਹ ਕਿਸੇ ਹੋਰ ਨੂੰ ਨਹੀਂ ਪੂਜਦਾ। ਗੁਰੂ ਦੇ ਸਿੱਖ ਵਾਸਤੇ ਗੋਰਖ, ਵਿਸ਼ਨੂੰ, ਬ੍ਰਹਮਾ ਗੁਰੂ ਹੀ ਹੈ। ਉਹ ਗੁਰੂ ਨੂੰ ਹੀ ਗੋਰਖ ਮੰਨਦਾ ਹੈ, ਗੁਰੂ ਨੂੰ ਹੀ ਸ਼ਿਵ ਜੀ ਮੰਨਦਾ ਹੈ, ਗੁਰੂ ਨੂੰ ਹੀ ਬ੍ਰਹਮਾ ਮੰਨਦਾ ਹੈ। ਗੁਰੂ ਦੇ ਸਿੱਖ ਵਾਸਤੇ ਗੁਰੂ ਹੀ ਪਾਰਵਤੀ ਮਾਤਾ ਹੈ। ਲੋਕ ਪਾਰਵਤੀ ਮਾਤਾ ਦੀ ਪੂਜਾ ਕਰਦੇ ਹਨ। ਗੁਰੂ ਵਾਸਤੇ, ਸਾਡੇ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੀ ਸ਼ਿਵ ਜੀ ਹਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਹੀ ਗੋਰਖ ਹਨ, ਵਿਸ਼ਨੂੰ ਹਨ, ਪਾਰਵਤੀ ਮਾਤਾ। ਗੁਰੂ ਦੇ ਸਿੱਖ ਵਾਸਤੇ ਸਭ ਕੁਝ ਹੀ ਗੁਰੂ ਹੈ। ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਗੁਰੂ ਦਾ ਸਿੱਖ ਕਿਤੇ ਹੋਰ ਪਾਸੇ ਨਹੀਂ ਭਟਕਦਾ। ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ। ਦੇਖੋ, ਗੁਰੂ ਹੀ ਪਾਰਵਤੀ ਮਾਂ। ਆਖਰੀ ਪੰਕਤੀਆਂ ਇਸ ਪੌੜੀ ਦੀਆਂ ਕਹਿੰਦੇ, ਜੇ ਹੋ ਜਾਣਾ ਆਖਾਂ ਨਾਹੀ, ਕਹਿਣਾ ਕਥਨ ਨਾ ਜਾਏ। ਕਹਿੰਦੇ ਜੇ ਮੈਂ ਉਸ ਮਾਲਕ ਨੂੰ, ਉਸ ਪ੍ਰਭੂ ਨੂੰ ਜਾਣ ਵੀ ਲਵਾਂ, ਉਹਦੇ ਹੁਕਮ ਨੂੰ ਸਮਝ ਵੀ ਲਵਾਂ, ਕਹਿੰਦੇ ਮੈਂ ਉਹਦੇ ਹੁਕਮ ਨੂੰ ਕਹਿ ਨਹੀਂ ਸਕਦਾ, ਉਹ ਕਿਤਨਾ ਕੁ ਵੱਡਾ ਹੈ। ਉਸ ਰੱਬ ਬਾਰੇ ਮੈਂ ਬਿਆਨ ਨਹੀਂ ਕਰ ਸਕਦਾ, ਉਹਦੇ ਬਾਰੇ ਕਿਹਾ ਨਹੀਂ ਜਾ ਸਕਦਾ। ਜੇ ਮੈਂ ਉਸ ਨੂੰ ਜਾਣ ਵੀ ਲਵਾਂ, ਪਰ ਮੈਂ ਉਹਦੇ ਗੁਣਾਂ ਨੂੰ ਬਿਆਨ ਨਹੀਂ ਕਰ ਸਕਦਾ। ਮੈਂ ਦੱਸ ਨਹੀਂ ਸਕਦਾ ਉਹ ਕਿਹੋ ਜਿਹਾ। ਜੇ ਮੈਂ ਦੇਖ ਵੀ ਲਵਾਂ, ਜੇ ਮੈਂ ਉਹਦਾ ਦਰਸ਼ਨ ਵੀ ਕਰ ਲਵਾਂ, ਉਹਨੂੰ ਜਾਣ ਵੀ ਲਵਾਂ, ਉਸ ਨੂੰ ਸਮਝ ਵੀ ਲਵਾਂ, ਮੈਂ ਫਿਰ ਵੀ ਬਿਆਨ ਨਹੀਂ ਕਰ ਸਕਦਾ। ਜੇ ਹੋ ਜਾਣਾ ਆਖਾਂ ਨਾਹੀ, ਕਹਿਣਾ ਕਥਨ ਨਾ ਜਾਈ। ਬਿਆਨ ਕਰਕੇ ਮੈਂ ਕਹਿ ਨਹੀਂ ਸਕਦਾ ਉਹ ਕਿਹੋ ਜਿਹਾ। ਕਿਹਦੇ ਵਰਗਾ ਦੱਸੇਗਾ? ਰੱਬ ਕਿਹਾ ਜਾ, ਉਹਦੇ ਵਰਗਾ ਹੋਰ ਕੋਈ ਹੈ ਉਹ ਨਹੀਂ। ਹਾਂ, ਇੰਨਾ ਜ਼ਰੂਰ ਕਹਿ ਸਕਦਾ ਉਹ ਵੱਡਾ ਹੈ, ਪਰ ਜੇ ਕੋਈ ਪੁੱਛ ਲਵੇ ਕਿਤਨਾ ਕੁ ਵੱਡਾ, ਇਹ ਨਹੀਂ ਦੱਸ ਸਕਦਾ। ਇੰਨਾ ਹੀ ਕਹਿ ਸਕਦਾ ਕਿ ਉਹ ਸਭ ਤੋਂ ਵੱਡਾ ਹੈ, ਉਹਦੇ ਵਰਗਾ, ਉਹਦੇ ਜਿੱਡਾ ਕੋਈ ਹੋਰ ਹੈ ਉਹ ਨਹੀਂ। ਉਹ ਸਭ ਤੋਂ ਸੁੰਦਰ ਹੈ, ਉਹਦੇ ਵਰਗਾ ਸੁੰਦਰ ਕੋਈ ਹੈ ਉਹ ਨਹੀਂ। ਉਹ ਬੇਅੰਤ ਗੁਣਾਂ ਦਾ ਮਾਲਕ ਹੈ। ਕਿੰਨੇ ਗੁਣਾਂ ਦਾ ਮਾਲਕ ਹੈ ਦੱਸ ਨਹੀਂ ਸਕਦਾ, ਉਹਦੇ ਗੁਣਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਇੰਨਾ ਹੀ ਕਹਿ ਸਕਦੇ ਹਾਂ ਕਿ ਉਹ ਬੇਅੰਤ ਹੈ, ਹੋਰ ਕੋਈ ਸ਼ਬਦ ਨਹੀਂ ਹੈ ਉਹਦੇ ਵਾਸਤੇ। ਉਹਨੂੰ ਬਿਆਨ ਕਰਨ ਵਾਸਤੇ ਕੋਈ ਸ਼ਬਦ ਹੀ ਨਹੀਂ ਹੈ। ਕਹਿੰਦੇ ਜੇ ਹੋ ਜਾਣਾ ਆਖਾਂ ਨਾਹੀ, ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇ ਬੁਝਾਈ। ਮੈਂ ਤਾਂ ਕਹਿੰਦੇ ਗੁਰੂ ਦੇ ਅੱਗੇ ਇੱਕੋ ਬੇਨਤੀ ਕਰਦਾ, ਹੇ ਗੁਰੂ ਮੈਨੂੰ ਇੱਕ ਗੱਲ ਸਮਝਾ। ਮੈਨੂੰ ਬਹੁਤੀਆਂ ਗੱਲਾਂ ਸਮਝਣ ਦੀ ਲੋੜ ਨਹੀਂ ਹੈ। ਅਸੀਂ ਤਾਂ ਬਹੁਤ ਗਿਆਨ ਚੱਕੀ ਫਿਰਦੇ ਹਾਂ ਨਾ। ਕਹਿੰਦੇ ਮੈਨੂੰ ਇੱਕ ਗਿਆਨ ਦੇ ਦੇ ਬਸ, ਮੈਨੂੰ ਦੂਜੇ ਗਿਆਨ ਦੀ ਲੋੜ ਨਹੀਂ ਹੈ। ਉਹ ਕਿਹੜਾ ਗਿਆਨ ਹੈ ਕਿ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜਿਹੜਾ ਸਾਰੇ ਜੀਆਂ ਨੂੰ ਪਾਲ ਰਿਹਾ, ਸਾਰੇ ਜੀਆਂ ਨੂੰ ਦਾਤਾਂ ਦੇ ਰਿਹਾ, ਸਾਰੇ ਜੀਆਂ ਵਿੱਚ ਵਰਤ ਰਿਹਾ, ਜੋ ਇੱਕ ਹੈ, ਸਰਵ ਵਿਆਪਕ ਹੈ, ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਮੈਨੂੰ ਉਹ ਵਿਸਰੇ ਨਾ, ਮੈਂ ਉਹਦੀ ਯਾਦ ਵਿੱਚ ਜੁੜਿਆ ਰਹਾਂ, ਮੈਂ ਉਹਦੇ ਗੁਣ ਗਾਉਂਦਾ ਰਹਾਂ। ਮੈਨੂੰ ਬਸ ਇਹ ਗਿਆਨ ਦੇ ਦੇ, ਕਿਰਪਾ ਨਿਧ ਵਸੋ ਹਿਰਦੈ ਹਰ ਨੀਤ, ਤੈਸੀ ਬੁੱਧ ਕਰੋ ਪ੍ਰਗਾਸਾ, ਲਾਗੈ ਪ੍ਰਭ ਸੰਗ ਪ੍ਰੀਤ। ਮੇਰੀ ਉਸ ਪ੍ਰਭੂ ਦੇ ਨਾਲ ਪ੍ਰੀਤ ਬਣੀ ਰਹੇ, ਮੇਰਾ ਉਹਦੇ ਨਾਲ ਪਿਆਰ ਬਣ ਜਾਵੇ, ਮੈਂ ਉਹਦੇ ਗੁਣ ਗਾਉਂਦਾ ਰਹਾਂ। ਮੈਨੂੰ ਬਸ ਇਹੀ ਗਿਆਨ ਚਾਹੀਦਾ, ਮੈਨੂੰ ਇਹ ਸਮਝ ਦੇ, ਮੈਂ ਉਸ ਇੱਕ ਨਾਲ ਜੁੜਿਆ ਰਹਾਂ, ਉਹਦੇ ਇੱਕ ਦੇ ਹੀ ਗੁਣ ਗਾਵਾਂ, ਇੱਕ ਨੂੰ ਛੱਡ ਕੇ ਹੋਰ ਥਾਂ ਥਾਂ ਨਾ ਭਟਕਾਂ। ਮੇਰੇ ਉੱਤੇ ਕਿਰਪਾ ਕਰ, ਮੇਰਾ ਉਹਦੇ ਨਾਲ ਪਿਆਰ ਬਣਿਆ ਰਹੇ, ਮੈਂ ਉਹਨੂੰ ਵਿਸਾਰ ਨਾ ਦੇਵਾਂ, ਉਹ ਮੈਨੂੰ ਵਿਸਰੇ ਨਾ।
ਸੋ ਇਹ ਵਿਚਾਰ ਸੀ ਜਪਜੀ ਸਾਹਿਬ ਜੀ ਦੀ 5ਵੀਂ ਪੌੜੀ ਦੀ। ਸੋ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।